हाँ जी, गुड मॉर्निंग बेटा। मैं मोनिका मेहता, साइंस मिनिस्टर्स। ਅਸੀਂ ਚੈਪਟਰ 10 ਲਾਈਟ ਇਹਦਾ ਪਾਰਟ 1 ਠੀਕ ਹੈ ਕੀਤਾ ਸੀ। ਹੁਣ ਪਾਰਟ 2 ਚ ਜੋ ਕੁਐਸਚਨ ਰਹਿ ਗਏ ਸੀਗੇ ਉਹ ਕਰਨ ਲੱਗੇ ਹਾਂ। ਪਿੱਛੇ ਨੂਮੈਰੀਕਲਸ ਰਹਿ ਗਏ ਸੀਗੇ। ਠੀਕ ਹੈ, ਸਾਰੇ ਪੇਜ ਵੀ ਹੈਵ ਆਲਰੇਡੀ ਡਨ। ਅਸੀਂ ਜਿਸ ਪੇਜ ਤੇ ਕੰਮ ਕਰਨਾ ਹੈਗਾ ਇੱਥੇ ਤੱਕ ਕੁਐਸਚਨ ਕਰ ਲਏ ਸੀ 9 ਤੱਕ। ਜੇ ਲੋਅਰ ਹਾਫ ਬਲੈਕ ਦੇ ਨਾਲ ਕਵਰਡ ਕਰ ਦਿੱਤਾ ਜਾਵੇ ਤਾਂ ਇੰਟੈਂਸਿਟੀ ਇਮੇਜ ਦੀ ਘਟ ਜਾਂਦੀ ਹੈ। ਨਾਓ ਕਮ ਟੂ ਦੀ 10th ਕੁਐਸਚਨ। ਠੀਕ ਹੈ, ਦੇਖਦੇ ਹਾਂ ਅਸੀਂ ਇਹਨੂੰ 10th ਕੁਐਸਚਨ ਨੂੰ। ਕੀ ਹੈ? ਐਨ ਓਬਜੈਕਟ ਦੀ ਹਾਈਟ ਦਿੱਤੀ ਹੋਈ ਆ ਕਿੰਨੀ 5 ਸੈਂਟੀਮੀਟਰ ਅਤੇ ਇਮੇਜ ਦਾ ਫੋਕਲ ਲੈਂਥ ਕਿੰਨੀ ਦਿੱਤੀ ਹੈ 10। ਐਨ ਓਬਜੈਕਟ 5 ਸੈਂਟੀਮੀਟਰ ਹਾਈਟ, ਇਹ ਓਬਜੈਕਟ ਦੀ ਹਾਈਟ ਦਿੱਤੀ ਵੀ ਹੈ ਐਚ। ਠੀਕ ਹੈ, ਇਜ਼ ਹੈਲਡ 25 ਸੈਂਟੀਮੀਟਰ ਅਵੇ ਫਰੋਮ ਦੀ ਕਨਵਰਜਿੰਗ ਲੈਂਸ। ਕਨਵਰਜਿੰਗ ਲੈਂਸ ਮੀਨਸ ਕਨਵੈਕਸ ਲੈਂਸ, ਇਹ ਲਾਈਟ ਨੂੰ ਕਨਵਰਜ ਕਰਦਾ। ਤਾਂ ਕੀ ਦਿੱਤਾ ਹੋਇਆ ਯੂ ਕਿੰਨੀ ਦਿੱਤੀ ਹੈ 25 ਸੈਂਟੀਮੀਟਰ। ਨੈਚੁਰਲੀ ਓਬਜੈਕਟ ਕੀ ਆ ਮਾਈਨਸ ਆਏਗਾ ਅਤੇ ਇਹਦੀ ਫੋਕਲ ਲੈਂਥ ਇੱਧਰ ਲੈਂਦੇ ਹਾਂ ਪਲੱਸ ਆਏਗੀ। ਕਿੰਨੀ ਦਿੱਤੀ ਹੋਈ ਹੈ 10 ਸੈਂਟੀਮੀਟਰ। ਯੂ ਦੀ ਵੈਲਿਊ 25 ਸੈਂਟੀਮੀਟਰ। ਤਾਂ ਰੇ ਡਾਇਗਰਾਮ ਬਣਾਓ ਔਰ 10 ਹੈ ਐਫ ਅਤੇ ਉਹ ਕੀ ਹੋਏਗੀ ਐਫ ਕੀ ਹੈ 10 ਹੈ ਤਾਂ ਆਰ ਕਿੰਨੀ ਹੋਏਗੀ 20। ਦੈਟ ਮੀਨਸ ਓਬਜੈਕਟ ਕੀ ਹੈ ਸੀ ਤੋਂ ਪਰਾਂ ਪਈ ਹੈਗੀ ਆ। ਠੀਕ ਆ, ਅਵੇ ਫਰੋਮ ਦੀ ਸੀ। ਤਾਂ ਇਹਦੇ ਲਈ ਅਸੀਂ ਇਮੇਜ ਪੋਜੀਸ਼ਨ ਔਰ ਨੂਮੈਰੀਕਲ ਵੀ ਨਾਲ ਨਾਲ ਕੱਢਣਾ ਹੈਗਾ। ਇੱਥੋਂ ਐਕਸਪਲੇਨ ਕਰ ਦਿੰਦੇ ਹਾਂ ਹਾਈਟ ਆਫ ਓਬਜੈਕਟ। ਠੀਕ ਹੈ, 5 ਸੈਂਟੀਮੀਟਰ ਹੈ ਫੋਕਲ। ਇੱਧਰ ਯੂਜ਼ ਕੀਤਾ ਸੀ 10 ਸੈਂਟੀਮੀਟਰ ਯੂ ਅਤੇ ਵੀ ਅਸੀਂ ਫਾਈਂਡ ਆਊਟ ਕਰਨੀ ਹੈ। ਫਾਰਮੂਲਾ ਲਾ ਕੇ ਤੁਸੀਂ ਲੈਂਸ ਲਈ ਮਾਈਨਸ ਵਾਲਾ ਫਾਰਮੂਲਾ ਲੱਗਦਾ ਹੈਗਾ 1/v - u 1/f। ਕੁਐਸਚਨ 'ਚ ਤੁਹਾਨੂੰ ਸਾਰੀਆਂ ਵੈਲਿਊਜ਼ ਸਾਈਨਸ ਵਗੈਰਾ ਐਕਸਪਲੇਨ ਕਰਤੇ ਸੀ ਤਾਂ ਭਰ ਕੇ ਫਾਰਮੂਲੇ 'ਚ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਵੀ ਕੀ ਆ ਗਈ ਪਲੱਸ ਆ ਗਈ। ਠੀਕ ਹੈ, ਪਲੱਸ ਦਾ ਮੀਨਸ ਡਿਸਟੈਂਸ ਆਫ ਦੀ ਇਮੇਜ ਪੋਜ਼ੀਟਿਵ ਹੈ ਤਾਂ ਜੋ ਮੈਗਨੀਫਿਕੇਸ਼ਨ ਹੁੰਦੀ ਹੈ ਇਹਦੇ ਲਈ ਲੈਂਸ ਲਈ v/u ਹੁੰਦੀ ਆ। ਠੀਕ ਹੈ, ਪਲੱਸ ਦਾ ਮੀਨਸ ਰੀਅਲ ਅਤੇ ਇਨਵਰਟਡ ਬਣਦਾ ਹੈਗਾ। ਵੈਸੇ ਵੀ ਆ ਦੇਖੋ F10 ਹੈ। ਠੀਕ ਹੈ, 10 ਹੈ ਤਾਂ ਆਰ ਕਿੰਨੀ ਹੋ ਜੂਗੀ 20 ਅਤੇ ਯੂ ਕਿੰਨੀ ਦਿੱਤੀ ਹੋਈ ਹੈ 25। ਯੂ ਦੀ ਵੈਲਿਊ ਕੀ ਹੈ 25 ਹੈ। ਦੈਟ ਮੀਨਸ ਇਟ ਇਜ਼ ਅਵੇ ਫਰੋਮ ਦੀ ਇੱਥੇ ਰਹਿ ਗਈ ਫੋਕਸ ਐਫ 'ਚੋਂ ਲੰਘ ਜਾਏਗੀ ਓ 'ਚੋਂ ਨਿਕਲੇਗੀ ਤਾਂ ਇੱਥੇ ਤੁਹਾਡਾ ਜਿਹੜਾ ਹੈਗਾ ਇਮੇਜ ਬਣ ਜਾਏਗਾ ਰੀਅਲ ਇਮੇਜ ਅਤੇ ਇਨਵਰਟਡ। ਰੇ ਡਾਇਗਰਾਮ ਵੀ ਬਣਾ ਸਕਦੇ ਹੋ ਤੁਸੀਂ। ਫੋਕਸ ਲੈਂਥ ਅਤੇ ਰੇਡੀਅਸ ਡਬਲ ਹੋ ਗਿਆ ਤਾਂ 25 ਸੈਂਟੀਮੀਟਰ ਦਿੱਤੀ ਵੀ ਹੈ। ਦੈਟ ਮੀਨਸ ਅਵੇ ਫਰੋਮ ਸੀ ਤੋਂ ਅਵੇ ਪਈ ਹੈ। ਉਹਦੇ ਲਈ ਰੀਅਲ ਇਨਵਰਟਡ ਔਰ ਨੂਮੈਰੀਕਲੀ ਵੀ ਤੁਸੀਂ ਸਾਰੀਆਂ ਸਾਈਨ ਕਨਵੈਨਸ਼ਨਸ ਯੂਜ਼ ਕਰਕੇ ਇਹਨੂੰ ਕੱਢ ਸਕਦੇ ਹੋ। ਠੀਕ ਹੈ, ਤਾਂ ਅਸੀਂ ਵੀ ਹੈਵ ਡਨ ਦਿਸ ਕੁਐਸਚਨ। ਉਸ ਤੋਂ ਬਾਅਦ ਨਾਲ ਨਾਲ ਮੈਗਨੀਫਿਕੇਸ਼ਨ ਵੀ ਇਹਨੇ ਕੱਢੀ ਹੈ। ਐਮ ਕੀ ਹੁੰਦਾ ਲੈਂਸ ਲਈ ਪਲੱਸ ਹੁੰਦਾ v/u ਇਮੇਜ ਦੀ ਹਾਈਟ ਅਪੋਨ ਓਬਜੈਕਟ ਦੀ ਹਾਈਟ। v ਅਤੇ u ਮਾਈਨਸ ਹੈ, ਇਹ ਪਲੱਸ ਆਈ ਹੈ। ਠੀਕ ਹੈ, ਇਹਦੀ ਹਾਈਟ 5 ਸੈਂਟੀਮੀਟਰ ਦਿੱਤੀ ਵੀ ਸੀ ਅਤੇ ਆਈ ਤੁਸੀਂ ਕੱਢ ਸਕਦੇ ਹੋ ਇਮੇਜ ਦੀ ਹਾਈਟ। ਤਾਂ ਨੈਚੁਰਲੀ ਇਹ ਇੱਥੇ ਨੈਗੇਟਿਵ ਆ ਰਿਹਾ, ਆਨਸਰ ਨੈਗੇਟਿਵ ਆਏਗਾ ਤਾਂ ਹਾਈਟ ਜਿਹੜੀ ਹੈ ਨੈਗੇਟਿਵ ਆ ਰਹੀ ਹੈ। ਰੇ ਡਾਇਗਰਾਮ ਬਣਾਈ ਹੋਈ ਹੈ, ਤੁਹਾਨੂੰ ਐਵੇਂ ਹੀ ਸਮਝਾਈ ਹੈ ਰੇ ਡਾਇਗਰਾਮ। ਫੋਕਸ ਲੈਂਥ 10 ਹੈ ਤਾਂ ਸੀ ਦੀ ਵੈਲਿਊ ਕਿੰਨੀ ਹੋ ਜਾਏਗੀ 20 ਔਰ ਯੂ ਕਿੰਨੀ ਹੈ 25, ਇਹ ਮਾਈਨਸ 'ਚ ਆਏਗੀ। ਠੀਕ ਹੈ, ਆ ਇਮੇਜ ਆ ਵੀ ਆ ਗਿਆ ਪਲੱਸ 'ਚ। ਸਾਰਾ ਕੁਛ ਸਟੈਪ ਵਾਈਜ਼ ਅਸੀਂ ਇੱਦਾਂ ਹੀ ਕੀਤਾ ਹੈਗਾ, ਬੜਾ ਈਜ਼ੀ ਸਮ ਸੀਗਾ। ਹੁਣ ਅਗਲਾ ਕੁਐਸਚਨ ਦੇਖੋ, ਇਹ ਕਨਕੇਵ ਲੈਂਸ। ਪਹਿਲਾਂ ਜਾਂ ਤਾਂ ਡਾਇਗਰਾਮ ਬਣਵਾ ਲਓ। ਕਨਕੇਵ ਲੈਂਸ ਕੀ ਹੁੰਦਾ ਇਹ ਵਾਲਾ ਹੁੰਦਾ। ਰੇ ਕੋਈ ਆ ਰਹੀ ਹੈ ਡਾਇਵਰਜ ਹੋ ਜਾਏਗੀ ਤਾਂ ਇਹਦਾ ਐਫ ਕੀ ਹੁੰਦਾ ਨੈਗੇਟਿਵ। ਠੀਕ ਹੈ, ਯੂ ਵੀ ਨੈਗੇਟਿਵ ਆਏਗਾ ਇਟ ਅਪੀਅਰਸ ਟੂ ਬੀ। ਔਰ ਕੋਈ ਰੇ ਜੋ ਓ 'ਚੋਂ ਪਾਸ ਹੋਏਗੀ
ਇੱਕ ਰੇ O ਚੋਂ ਪਾਸ ਹੁੰਦੀ ਹੈ ਤਾਂ ਇੱਥੇ ਇਮੇਜ ਬਣੇਗਾ। ਠੀਕ ਹੈ, ਇਨ ਕੀ ਬਣਿਆ ਰੈਕਟ, ਵਰਚੁਅਲ ਔਰ ਸਮਾਲ ਇਮੇਜ ਬਣਿਆ ਹੈਗਾ। ਇਹ ਤੁਹਾਡੀ ਰੇ ਡਾਇਗਰਾਮ ਹੋ ਗਈ। ਅਗਰ ਤੁਸੀਂ ਵੈਸੇ ਕਰਨਾ ਕੁਐਸਚਨ ਦੇ ਅਕੋਰਡਿੰਗ, ਐਫ ਕੀ ਕਨਕੇਵ ਲੈਂਸ ਹੈ ਤਾਂ ਐਫ ਦੀ ਵੈਲਿਊ -15 ਕੀ ਹੋ ਗਈ ਐਫ। ਔਰ ਕਿਆ ਦਿੱਤਾ ਹੋਇਆ, ਇਮੇਜ 10 ਸੈਂਟੀਮੀਟਰ ਅਵੇ ਫਰੋਮ ਦੀ ਲੈਂਸ। ਇਮੇਜ ਹਾਂ ਠੀਕ ਹੈ, ਇੱਧਰ ਹੀ ਬਣਿਆ ਸੀ ਇਮੇਜ ਸਾਡਾ। ਐਫ ਵੀ ਨੈਗੇਟਿਵ 15, ਠੀਕ ਹੈ। ਵੀ ਇੱਧਰ ਹੀ ਬਣਿਆ ਸੀਗਾ ਛੋਟਾ ਜਿਹਾ। ਔਰ ਯੂ ਕੀ ਹੈ, ਯੂ ਵੀ ਨੈਗੇਟਿਵ ਆਏਗੀ, ਆਨਸਰ ਯੂ ਵੀ। ਇਹਦੇ ਲਈ ਐਫ ਯੂ ਵੀ ਕਨਕੇਵ ਸਾਰਾ ਕੁਛ ਹੀ ਨੈਗੇਟਿਵ ਹੁੰਦਾ। ਠੀਕ ਹੈ, ਤਾਂ ਯੂ ਦੀ ਵੈਲਿਊ ਨੈਗੇਟਿਵ ਆਉਣੀ ਚਾਹੀਦੀ ਹੈ। ਤੁਹਾਨੂੰ ਐਫ ਪਤਾ, ਵੀ ਪਤਾ, ਤਾਂ ਤੁਸੀਂ ਯੂ ਕੱਢ ਸਕਦੇ ਹੋ। ਫਾਰਮੂਲੇ 'ਚ ਪੁੱਟ ਕਰਕੇ ਅਸੀਂ ਯੂ ਕੱਢਿਆ। ਫਿਰ ਆਹ ਡਾਇਗਰਾਮ ਇੱਦਾਂ ਹੀ ਬਣ ਰਹੀ ਸੀ ਸਾਡੀ। ਆ ਦੇਖੋ ਪੈਰਲਲ ਰੇ ਡਾਇਵਰਜ ਹੋ ਰਹੀ ਹੈ, ਇਹਨੂੰ ਪਿੱਛੇ ਵਧਾ ਕੇ ਮਿਲਾਇਆ। ਇੱਕ ਆਪਟੀਕਲ ਸੈਂਟਰ 'ਚੋਂ ਲਾਈਨ ਜਾ ਰਹੀ ਹੈ, ਦੋਨੋਂ ਕਿੱਥੇ ਮੀਟ ਕਰ ਰਹੀਆਂ ਇਸ ਪੁਆਇੰਟ 'ਤੇ, ਤਾਂ ਇੱਥੇ ਡੈਸ਼ ਬੀ ਡੈਸ਼ ਇਮੇਜ ਬਣ ਰਿਹਾ ਹੈਗਾ। ਕਨਕੇਵਲੀ ਐਫ ਯੂ ਅਤੇ ਬੀ ਤਿੰਨੋਂ ਨੈਗੇਟਿਵ ਹੈ। ਠੀਕ ਹੈ, ਐਵੇਂ ਐਕਸਪਲੇਨ ਕੀਤਾ ਹੈਗਾ ਤਾਂ ਵਿਦ ਪ੍ਰੈਕਟਿਸ। ਅਗਲਾ ਕੁਐਸਚਨ, ਐਨ ਆਬਜੈਕਟ ਇਜ਼ ਪਲੇਸਡ ਕਨਵੈਕਸ ਮਿਰਰ ਇਹ ਵਾਲਾ ਹੁੰਦਾ। ਠੀਕ ਹੈ, ਯੂ ਕੀ ਆਏਗੀ ਨੈਗੇਟਿਵ। ਫੋਕਲ ਲੈਂਥ ਦੀ ਇੱਥੋਂ ਡਾਇਵਰਜ ਹੋ ਗਿਆ, ਇਟ ਅਪੀਅਰਸ ਟੂ ਬੀ ਕਮ ਫਰੋਮ ਦਿਸ, ਤਾਂ ਐਫ ਦੀ ਵੈਲਿਊ ਕੀ ਹੁੰਦੀ ਹੈ ਇਹਦੇ ਲਈ ਪੋਜ਼ੀਟਿਵ ਹੋਏਗੀ। ਕਨਵੈਕਸ ਮਿਰਰ ਲਈ ਫਾਈਂਡ ਦੀ ਪੋਜੀਸ਼ਨ ਐਂਡ ਨੇਚਰ ਆਫ, ਵੀ ਦੀ ਵੈਲਿਊ ਕੈਲਕੂਲੇਟ ਕਰਨੀ ਹੈ ਅਤੇ ਨੇਚਰ ਫਾਈਂਡ ਆਊਟ ਕਰਨੀ ਹੈ ਇਮੇਜ ਦੀ। ਠੀਕ ਹੈ, ਉਹ ਐਮ ਤੋਂ ਪਤਾ ਲੱਗ ਜਾਏਗੀ। ਤਾਂ ਐਫ ਕੀ ਹੈ ਪੋਜ਼ੀਟਿਵ ਹੈ, ਯੂ ਨੈਗੇਟਿਵ ਹੈ। ਮਿਰਰ ਵੇਲੇ ਪਲੱਸ ਦਾ ਸਾਈਨ ਲੱਗਦਾ, ਵੈਲਿਊਜ਼ ਪੁੱਟ ਕਰਕੇ ਵੀ ਦੀ ਵੈਲਿਊ ਅਸੀਂ ਕੀ ਕਰ ਲਈ 6 ਆ ਗਈ ਪਲੱਸ ਆਈ, ਅਤੇ ਯੂ ਕਿਆ ਸੀ ਮਾਈਨਸ। ਐਮ ਕੱਢਣੀ ਹੈ, ਮਿਰਰ ਵੇਲੇ ਮਾਈਨਸ ਦਾ ਫਾਰਮੂਲਾ ਲੱਗਦਾ। ਇਹ ਕਿੰਨੀ ਆਈ, ਕਿੰਨਾ ਆਨਸਰ ਆਇਆ ਸੀਗਾ ਵੀ ਦਾ 6। ਐਮ ਇਕੁਅਲ ਟੂ ਮਾਈਨਸ ਵੀ ਅਪੋਨ ਯੂ ਮਾਈਨਸ 6/10 ਮੀਨਸ 0.6 ਮਾਈਨਸ ਦੀ। ਤਾਂ ਐਮ ਦੀ ਵੈਲਿਊ 1 ਤੋਂ ਘੱਟ ਆਈ ਹੈ। ਠੀਕ ਹੈ, 1 ਤੋਂ ਘੱਟ ਆਵੇ ਤਾਂ ਤੁਹਾਡਾ ਇਮੇਜ ਕਿਹੋ ਜਿਹਾ ਬਣਦਾ ਹੁੰਦਾ, ਛੋਟੇ ਸਾਈਜ਼ ਦਾ ਬਣਦਾ। ਠੀਕ ਹੈ, ਲੈਸ ਦੈਨ 1 ਤਾਂ ਇਮੇਜ ਕੀ ਹੈ ਛੋਟੇ ਸਾਈਜ਼ ਦਾ ਬਣੇਗਾ। ਪਲੇਨ ਮਿਰਰ ਲਈ ਐਮ ਦੀ ਵੈਲਿਊ, ਮਿਰਰ ਲਈ ਇਹ ਫਾਰਮੂਲਾ ਲਾਉਂਦੇ ਹਾਂ ਤਾਂ ਜਿੰਨੀ ਡਿਸਟੈਂਸ ਹੋਏਗੀ -1 ਆਨਸਰ ਆ ਜਾਏਗਾ। ਵੀ ਅਤੇ ਯੂ ਬਰਾਬਰ ਹੋਣਗੇ ਤਾਂ -1। ਐਮ ਦੀ ਵੈਲਿਊ ਲੈਸ ਦੈਨ 1 ਹੈਗੀ ਹੈ, 1 ਤੋਂ ਘੱਟ ਹੈ, ਨੈਗੇਟਿਵ ਹੈ। ਠੀਕ ਹੈ, ਤਾਂ ਸੇਮ ਸਾਈਜ਼ ਦਾ ਵਰਚੁਅਲ ਇਰੈਕਟ, ਪਲੱਸ ਆਉਣਾ ਚਾਹੀਦਾ। ਮਿਰਰ ਵੇਲੇ ਦੇ ਟਾਈਮ ਮਾਈਨਸ ਲੱਗਦਾ। ਠੀਕ ਹੈ, ਯੂ ਦੀ ਵੈਲਿਊ ਵੀ ਮਾਈਨਸ ਆ ਜਾਏਗੀ ਔਰ ਵੀ ਪਲੱਸ ਆਏਗਾ। ਵੀ ਦੇ ਨਾਲ ਐਕਚੁਅਲ ਸਿੰਬਲ ਪਲੱਸ ਹੋਏਗਾ, ਇਹ ਤਾਂ ਫਾਰਮੂਲੇ 'ਚ ਲੱਗਿਆ। ਔਰ ਯੂ ਕੀ ਹੈ, ਤੁਸੀਂ ਮਿਰਰ ਦੇ ਇੱਧਰਲੇ ਸਾਈਡ 'ਤੇ ਖੜੇ ਹੋ ਨਾ, ਯੂ ਨੈਗੇਟਿਵ, ਇਮੇਜ ਕਿੱਧਰ ਬਣ ਰਿਹਾ ਪਲੱਸ, ਤਾਂ ਕਰਕੇ ਇਹ ਤਾਂ ਮਾਈਨਸ ਅਤੇ ਮਾਈਨਸ ਕਿਆ ਹੋ ਗਏ ਕੈਂਸਲ ਹੋ ਗਏ। ਵੈਸੇ ਵੀ ਅਤੇ ਯੂ ਦੀ ਮੈਗਨੀਚਿਊਡ ਬਰਾਬਰ ਹੈ ਤਾਂ ਐਮ ਦੁਬਾਰਾ ਐਕਸਪਲੇਨ ਕਰੀਏ, ਪਲੇਨ ਮਿਰਰ ਹੈ। ਠੀਕ ਹੈ, ਯੂ ਕੀ ਹੈ ਨੈਗੇਟਿਵ, ਵੀ ਕੀ ਹੈ ਪੋਜ਼ੀਟਿਵ। ਮੈਗਨੀਫਿਕੇਸ਼ਨ ਇਹ ਵਾਲਾ ਇਹ ਫਾਰਮੂਲੇ 'ਚ ਹੀ ਮਾਈਨਸ ਲੱਗੀ ਹੋਈ ਹੈ। ਐਮ ਮਾਈਨਸ ਪਲੱਸ ਵੀ ਅਪੋਨ ਯੂ ਦੀ ਵੈਲਿਊ, ਅਪੋਨ ਯੂ ਹੁਣ ਕਿੱਥੇ ਲਿਖੀ ਹੈ ਇਹਦੇ ਨੀਚੇ, ਯੂ ਕਿੰਨੀ ਹੈ ਮਾਈਨਸ, ਆ ਮਾਈਨਸ ਮਾਈਨਸ ਨਾਲ ਕੱਟੀ ਗਈ। ਅਤੇ ਵੈਸੇ ਵੀ ਅਤੇ ਯੂ ਦੀ ਵੈਲਿਊ ਜਿੰਨਾ ਤੁਸੀਂ ਮਿਰਰ ਦੇ ਅੱਗੇ ਖੜ੍ਹਦੇ ਹੋ ਉਨੇ ਹੀ ਇਮੇਜ ਤਾਂ ਪਲੱਸ 1 ਆ ਗਈ। ਠੀਕ ਹੈ, ਇਹਦਾ ਮਤਲਬ ਪਲੇਨ ਮਿਰਰ 'ਚ ਸੇਮ ਸਾਈਜ਼ ਦਾ ਇਮੇਜ ਬਣੇਗਾ। ਠੀਕ ਹੈ, ਵਰਚੁਅਲ ਬਣਦਾ ਔਰ ਇਰੈਕਟ ਬਣਦਾ। ਵਰਚੁਅਲ ਅਤੇ ਇਰੈਕਟ ਕਿਵੇਂ ਬਣਦਾ ਉਹਨੂੰ ਐਕਸਪਲੇਨ ਕਰਨ ਲਈ ਅਸੀਂ ਆਹ ਡਬਲ ਟਾਈਮ ਦਿਖਾਉਂਦੇ ਹਾਂ, ਇੱਦਾਂ ਰਿਫਲੈਕਸ਼ਨ। ਠੀਕ ਹੈ, ਓਬਜੈਕਟ ਤੋਂ ਫਿਰ ਇਹਨੂੰ ਪਿੱਛੇ ਵਧਾ ਕੇ ਮਿਲਾਉਂਦੇ ਹਾਂ
ਤਾਂ ਜਿੱਡੇ ਸਾਈਜ਼ ਦੀ ਓਬਜੈਕਟ ਹੈ ਉੱਡੇ ਸਾਈਜ਼ ਦਾ ਹੀ ਇਮੇਜ ਸੇਮ ਸਾਈਜ਼ ਦਾ ਬਣਦਾ ਹੈਗਾ। ਇੱਦਾਂ ਕਰਕੇ ਅਸੀਂ ਪਲੇਨ ਮਿਰਰ ਦੀ ਡਾਇਗਰਾਮ ਤੋਂ ਦੇਖ ਸਕਦੇ ਹਾਂ। 14th ਕੁਐਸਚਨ, ਐਨ ਓਬਜੈਕਟ 5 ਸੈਂਟੀਮੀਟਰ। ਇਹ ਓਬਜੈਕਟ ਦੀ ਹਾਈਟ ਦਿੱਤੀ ਹੋਈ ਹੈ, ਠੀਕ ਹੈ। ਐਚ ਓਬਜੈਕਟ ਦੀ ਦਿੱਤੀ ਹੋਈ ਹੈ। ਇਜ਼ ਪਲੇਸਡ ਐਟ ਏ ਡਿਸਟੈਂਸ 20 ਸੈਂਟੀਮੀਟਰ ਇਨ ਕਨਵੈਕਸ ਮਿਰਰ, ਠੀਕ ਹੈ। ਕਿੱਥੇ 20 ਸੈਂਟੀਮੀਟਰ 'ਤੇ ਪਈ ਹੈ, ਯੂ ਦੀ ਵੈਲਿਊ ਮਾਈਨਸ ਆਏਗੀ। ਨੈਗੇਟਿਵ ਅਤੇ ਰੇਡੀਅਸ ਆਫ ਕਰਵੇਚਰ ਇਹਦੀ ਫੋਕਸ ਲੈਂਥ ਕਿਆ ਹੁੰਦੀ ਹੈ, ਇੱਧਰ ਲੈਂਦੇ ਹਾਂ ਪਲੱਸ ਐਫ ਹੁੰਦੀ ਹੈ। ਤਾਂ ਆਰ ਦੀ ਵੈਲਿਊ 30 ਹੈ ਅਪੋਨ 2 15 ਆ ਗਈ ਫੋਕਸ ਲੈਂਥ, ਹੈ ਨਾ। ਫਾਈਂਡ ਦੀ ਪੋਜੀਸ਼ਨ ਐਂਡ ਨੇਚਰ। ਉਹ ਦਿੱਤੀ ਵੀ ਆ ਹਾਈਟ, ਐਫ ਪੋਜ਼ੀਟਿਵ ਆ ਗਈ, ਹੁਣੀ ਦੱਸ ਕੇ ਹਟਿਆ। ਯੂ ਨੈਗੇਟਿਵ ਹੈ, ਤਾਂ ਮਿਰਰ ਲਈ ਪਲੱਸ ਲਗਾਉਂਦੇ ਹਾਂ। ਪਲੱਸ ਲਗਾ ਕੇ ਵੈਲਿਊਜ਼ ਪੁੱਟ ਕਰੋ, ਕੈਲਕੂਲੇਸ਼ਨਸ ਕਰ ਲਓ। ਕੈਲਕੂਲੇਸ਼ਨ ਕਰਨ ਤੋਂ ਬਾਅਦ ਐਮ ਇਕੁਅਲ ਟੂ ਇਮੇਜ ਦੀ ਹਾਈਟ ਅਪੋਨ ਇਹ ਮਿਰਰ ਲਈ ਮਾਈਨਸ ਯੂ, ਇਹਨਾਂ ਸਾਰਿਆਂ ਦੀ ਵੈਲਿਊਜ਼ ਭਰ ਕੇ ਤੁਸੀਂ ਇਮੇਜ ਦੀ ਹਾਈਟ ਕੱਢ ਸਕਦੇ ਹੋ। ਉਹ ਕਿੰਨੀ ਆਈ 2.2, ਠੀਕ ਹੈ। 1/f ਯੂ ਪਲੱਸ ਵੀ। ਇਸ 'ਚ ਸਿਰਫ ਨੈਗੇਟਿਵ ਪੋਜ਼ੀਟਿਵ ਵੀ ਸ਼ੁਰੂ 'ਚ ਹੀ ਪਤਾ ਲੱਗ ਜਾਂਦਾ ਕੁਐਸਚਨ 'ਚ ਹੀ, ਪਲੱਸ ਮਾਈਨਸ ਕਿਆ ਲਗਾਉਣਾ ਹੈਗਾ, ਠੀਕ ਹੈ। ਲੈਟਸ ਸੀ ਹਾਊ ਮੈਨੀ ਕੁਐਸਚਨਸ ਲੈਫਟ। ਇੱਕ ਦੋ ਨੂਮੈਰੀਕਲ ਤੁਹਾਡੇ ਲਈ ਪ੍ਰੈਕਟਿਸ ਲਈ ਛੱਡ ਦਿੰਦੇ ਹਾਂ, ਚਲੋ ਸੌਖੇ ਹੀ ਹੈਗੇ, ਕਰ ਲੈਂਦੇ ਹਾਂ। ਪਾਵਰ ਦਿੱਤੀ ਵੀ ਆ ਮਾਈਨਸ ਕਿਹਦੇ ਲਈ ਹੁੰਦੀ ਹੈ, ਕਨਕੇਵ ਲੈਂਸ ਅਤੇ ਮਿਰਰ ਦੀ। ਤਾਂ ਪੀ ਇਕੁਅਲ ਟੂ ਇੱਥੋਂ ਹੀ ਪਤਾ ਲੱਗ ਰਿਹਾ ਕਨਕੇਵ ਹੈਗਾ 1/f। ਇਹ 2 ਦਿੱਤੀ ਵੀ ਆ, ਠੀਕ ਹੈ। ਤਾਂ 100/2 50 ਸੈਂਟੀਮੀਟਰ ਜੋ ਆ ਜਾਏਗੀ ਨੈਗੇਟਿਵ ਐਫ ਆਏਗੀ। ਜੋ ਮੀਟਰ 'ਚ ਕੱਢਣਾ ਤਾਂ 0.5 ਮੀਟਰ ਆ ਜਾਏਗਾ, ਠੀਕ ਹੈ। 1/2 ਕਰਦੇ ਆ ਮਾਈਨਸ 0.5 ਮੀਟਰ, ਜੇ ਤੁਸੀਂ ਸੈਂਟੀਮੀਟਰ 'ਚ ਕਰਨਾ ਤਾਂ 50 ਸੈਂਟੀਮੀਟਰ। ਅਗਲਾ ਕੁਐਸਚਨ ਵੀ ਹੈ ਪਲੱਸ, ਕਿਆ ਇਹ ਲੈਂਸ ਹੈ, ਤਾਂ ਇਹ ਕਿਹੜਾ ਲੈਂਸ ਹੋਏਗਾ, ਕਨਵੈਕਸ ਲੈਂਸ, ਠੀਕ ਹੈ। ਐਫ ਦੀ ਪੋਜ਼ੀਟਿਵ ਹੁੰਦੀ ਆ, ਦੇਖੋ ਨਾ ਰੇਜ਼ ਇੱਥੇ ਕਨਵਰਜ ਹੋ ਰਹੀਆਂ, ਐਫ ਕਿਆ ਹੈ ਪੋਜ਼ੀਟਿਵ, ਤਾਂ ਕਿਹੜਾ ਲੈਂਸ ਹੋਏਗਾ ਕਨਵੈਕਸ, ਠੀਕ ਹੈ। ਪਤਾ ਲੱਗ ਰਿਹਾ ਤੋਂ ਕਨਵੈਕਸ ਲੈਂਸ ਹੈ, ਐਫ ਪੋਜ਼ੀਟਿਵ ਹੈ ਤਾਂ ਪੀ ਦੀ ਵੈਲਿਊ ਵੀ ਮਤਲਬ ਪੀ ਪੋਜ਼ੀਟਿਵ ਹੈ ਤਾਂ ਐਫ ਦੀ ਵੈਲਿਊ ਵੀ ਪੋਜ਼ੀਟਿਵ ਹੀ ਆਏਗੀ, ਠੀਕ ਹੈ। ਹੁਣ ਰੇ ਡਾਇਗਰਾਮ ਫॉर ਦੀ ਮਿਰਰਸ, ਇਹ ਧਿਆਨ ਨਾਲ ਕਰੋ, ਸਾਰਾ ਚੈਪਟਰ ਰੇ ਡਾਇਗਰਾਮਸ 'ਤੇ ਹੀ ਹੈਗਾ। ਪਹਿਲਾਂ ਇਹ ਦੇਖੋ, ਇਹਦਾ ਇਨਰ ਸਰਫੇਸ ਰਿਫਲੈਕਟਿੰਗ ਹੈਗਾ, ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਕਨਕੇਵ ਮਿਰਰ। ਤੁਹਾਡੇ ਹੈਂਡ ਦੀ ਅੰਦਰਲੀ ਸਾਈਡ ਜੋ ਹੈ ਉਹ ਕਨਕੇਵ ਮਿਰਰ ਦਾ ਕੰਮ ਕਰਦੀ ਹੈ। ਜਾਂ ਸਪੂਨ ਲੈ ਕੇ ਅਸੀਂ ਬਹੁਤ ਸਾਰੀਆਂ ਐਕਟੀਵਿਟੀਜ਼ ਵਗੈਰਾ, ਹੁਣ ਸਿਰਫ ਕੁਐਸਚਨਸ ਡਿਸਕਸ਼ਨ ਮੈਥਡ ਹੈ। ਓਬਜੈਕਟ ਕਿੱਥੇ ਹੈ, ਪਹਿਲਾਂ ਇਨਫਿਨਿਟੀ 'ਤੇ ਜੋ ਰੇ ਪੈਰਲਲ ਜਾਏਗੀ ਉਹ ਫੋਕਸ 'ਚੋਂ ਪਾਸ ਹੋ ਜਾਏਗੀ, ਤਾਂ ਪੈਰਲਲ ਰੇਜ਼ ਕਨਵਰਜਿੰਗ ਐਟ ਦੀ ਫੋਕਸ, ਤਾਂ ਕਰਕੇ ਇਹਨੂੰ ਕਨਵਰਜਿੰਗ ਮਿਰਰ ਵੀ ਕਹਿੰਦੇ ਆ। ਐਫ ਕਿਆ ਆ ਰਹੀ ਆ ਪੋਜ਼ੀਟਿਵ, ਠੀਕ ਹੈ। ਕਿਹੜਾ ਹੈਗਾ ਉਹ ਸੌਰੀ ਐਫ ਕਿਆ ਆ ਰਹੀ ਹੈ ਨੈਗੇਟਿਵ ਇਹਦੇ ਲਈ। ਅਤੇ ਇਮੇਜ ਦੇਖੋ ਛੋਟਾ ਬਣ ਰਿਹਾ, ਰੇਜ਼ ਸੱਚੀ ਮੁੱਚੀ ਮਿਲ ਰਹੀਆਂ, ਰੀਅਲ ਹੋਏਗਾ ਸਮਾਲ ਹੈ, ਕਿੱਥੇ ਬਣ ਰਿਹਾ ਫੋਕਸ ਐਫ 'ਤੇ ਫਸਟ ਪੋਜੀਸ਼ਨ ਲਈ। ਫਿਰ ਅਸੀਂ ਕਨਕੇਵ ਓਬਜੈਕਟ ਕਿੱਥੇ ਪਈ ਆ, ਅਵੇ ਫਰੋਮ ਸੀ, ਸੇਮ 2 ਰੇਜ਼ ਯੂਜ਼ ਕਰ ਰਹੇ ਹਾਂ। ਪੈਰਲਲ ਰੇ ਆ ਫੋਕਸ ਐਫ 'ਚੋਂ, ਜੋ ਸੀ 'ਚੋਂ ਪਾਸ ਕਰੇਗੀ ਉਹ ਉਵੇਂ ਹੀ ਵਾਪਸ ਆ ਜਾਂਦੀ ਹੈ, ਕਿਉਂਕਿ ਇਹਦੇ ਨਾਲ ਕੀ ਹੈ 90 ਦਾ ਐਂਗਲ ਬਣਾਉਂਦੀ ਹੈ, ਤਾਂ ਕਰਕੇ ਜਿਹੜੀ ਰੇਜ਼ ਸੀ 'ਚੋਂ ਪਾਸ ਹੋ ਰਹੀ ਆ ਉਵੇਂ ਹੀ ਵਾਪਸ ਚਲੀ ਜਾਏਗੀ। ਤਾਂ ਇਮੇਜ ਕਿੱਥੇ ਬਣ ਰਿਹਾ, ਕਲੀਅਰਲੀ ਛੋਟਾ ਏ ਰੀਅਲ ਹੈ ਔਰ ਇਨਵਰਟਡ ਹੈ। ਰੀਅਲ ਇਮੇਜ ਕੀ ਹੈ, ਹਮੇਸ਼ਾ ਇਨਵਰਟਡ ਹੁੰਦਾ। ਰੇ ਡਾਇਗਰਾਮ ਲਿਖੋ, ਓਬਜੈਕਟ ਦੀ ਪੋਜੀਸ਼ਨ ਲਿਖੋ ਬਿਯੋਂਡ ਸੀ, ਔਰ ਨੀਚੇ ਕੁਛ ਨਹੀਂ ਲਿਖਣਾ ਹੁੰਦਾ, ਠੀਕ ਹੈ। ਬਿਟਵੀਨ ਸੀ ਐਂਡ ਐਫ ਇਮੇਜ ਬਣ ਰਿਹਾ, ਛੋਟਾ ਬਣ ਰਿਹਾ, ਰੀਅਲ ਐਂਡ ਇਨਵਰਟਡ ਬਣ ਰਿਹਾ। ਦੈਨ ਸੀ 'ਤੇ ਪਈ ਹੈਗੀ ਆ
ਪੈਰਲਲ ਰੇ ਹੈ ਫੋਕਸ ਐਫ ਚੋਂ ਨਿਕਲ ਜਾਏਗੀ, ਜਿਹੜੀ ਰੇ ਫੋਕਸ ਚੋਂ ਜਾ ਰਹੀ ਹੈ ਉਹ ਪੈਰਲਲ ਹੋ ਜਾਏਗੀ। ਸੇਮ ਸਾਈਜ਼ ਦਾ ਇਮੇਜ ਬਣ ਰਿਹਾ ਜਦੋਂ ਆਬਜੈਕਟ ਰੀਅਲ ਹੈ, ਇਨਵਰਟਡ ਹੈ, ਸੇਮ ਸਾਈਜ਼ ਦਾ। ਫਿਰ ਆਬਜੈਕਟ ਨੂੰ ਅਸੀਂ ਕਿੱਥੇ ਲਿਆਂਦਾ, ਬਿਟਵੀਨ ਸੀ ਐਂਡ ਐਫ। ਇੱਕ ਪੈਰਲਲ ਰੇ ਹੈ ਉਹ ਫੋਕਸ ਐਫ ਚੋਂ ਪਾਸ ਹੋ ਜਾਏਗੀ, ਔਰ ਜੋ ਰੇ ਸੀ ਚੋਂ ਜਾ ਰਹੀ ਹੈ ਉਹ 90 ਦੇ ਐਂਗਲ 'ਤੇ ਪਾਸ ਹੋ ਰਹੀ ਹੈ, ਤਾਂ ਕਰਕੇ ਸੀ ਚੋਂ ਹੀ ਵਾਪਸ ਮੁੜੇਗੀ। ਇੱਥੇ ਤੁਹਾਡਾ ਰੀਅਲ ਇਨਵਰਟਡ ਇਮੇਜ ਬਣ ਰਿਹਾ। ਇੱਕ ਚੀਜ਼ ਨੋਟ ਕਰੋ, ਜਿਵੇਂ ਜਿਵੇਂ ਨਜ਼ਦੀਕ ਆਈ ਜਾ ਰਹੀ ਹੈ ਇਮੇਜ ਕੀ ਆ, ਦੂਰ ਜਾਈ ਜਾ ਰਿਹਾ ਔਰ ਵੱਡਾ ਹੋ ਰਿਹਾ, ਤਾਂ ਕਰਕੇ ਸਾਡਾ ਵੀ ਅਤੇ ਯੂ ਦਾ ਗ੍ਰਾਫ ਅਸੀਂ ਕੁਐਸਚਨਸ ਕੀਤੇ ਸੀ ਮਲਟੀਪਲ ਦੇ, ਇੱਦਾਂ ਦਾ ਆਏਗਾ। ਹੁਣ ਫੋਕਸ ਐਫ 'ਤੇ ਪਈ ਹੈ, ਪੈਰਲਲ ਰੇ ਫੋਕਸ 'ਚੋਂ ਪਾਸ ਹੋ ਗਈ, ਇੱਕ ਰੇ ਸੀ 'ਚੋਂ, ਹਮੇਸ਼ਾ ਇੱਕ ਪੈਰਲਲ ਰੇ ਯੂਜ਼ ਕਰਨੀ ਆ, ਫੋਕਸ 'ਚੋਂ ਪਾਸ ਹੋ ਜਾਏਗੀ, ਇੱਕ ਰੇ ਸੀ 'ਚੋਂ ਜਾਏਗੀ ਉਸ ਉਵੇਂ ਸੈਂਟਰ ਆਫ ਕਰਵੇਚਰ 'ਚੋਂ ਵਾਪਸ। ਤਾਂ ਜਦੋਂ ਆਬਜੈਕਟ ਫੋਕਸ 'ਤੇ ਹੈ, ਇਮੇਜ ਕਿੱਥੇ ਬਣ ਰਿਹਾ, ਇਨਫਿਨਿਟੀ 'ਤੇ। ਇਨਫਿਨਿਟੀ 'ਤੇ ਓਬਟੇਨ ਨਹੀਂ ਕਰ ਸਕਦੇ, ਇਨਲਾਰਜ ਹੋ ਸਕਦਾ ਹੈ, ਰੀਅਲ ਹੋਏਗਾ ਔਰ ਇਨਵਰਟਡ ਹੋਏਗਾ ਬਹੁਤ ਦੂਰ। ਦੈਨ ਦੇ ਆਬਜੈਕਟ ਕਮ ਬਿਟਵੀਨ ਪੀ ਐਂਡ ਐਫ। ਤਾਂ ਦੇਖੋ ਹੋਈ ਉਹ ਦੋ ਰੇਜ਼ ਯੂਜ਼ ਕੀਤੀਆਂ, ਪੈਰਲਲ ਰੇ ਫੋਕਸ 'ਚੋਂ ਪਾਸ ਹੋ ਜਾਏਗੀ ਜੋ ਸੀ 'ਚੋਂ ਜਾ ਰਹੀ ਹੈ, ਇੱਦਾਂ ਡਾਇਗਰਾਮ ਬਣਾ ਲਈ। ਤਾਂ ਇਹ ਕੀ ਹੈ, ਸਾਡਾ ਵਰਚੁਅਲ ਇਮੇਜ ਬਣ ਰਿਹਾ ਲਾਰਜ ਸਾਈਜ਼ ਦਾ। ਇਸ ਕਰਕੇ ਇਹਨੂੰ ਕਨਕੇਵ ਮਿਰਰ ਨੂੰ ਡਾਕਟਰਸ, ਡੈਂਟਲ ਡਾਕਟਰ ਯੂਜ਼ ਕਰਦੇ ਹੈਗੇ ਆ, ਠੀਕ ਹੈ, ਆਬਜੈਕਟ ਦੇਖਣ ਲਈ। ਜਿਵੇਂ ਕੋਈ ਵੀ ਯੂਜ਼ ਕਰ ਸਕਦਾ ਕਿਸੇ ਛੋਟੀ ਚੀਜ਼ ਨੂੰ ਵੱਡਾ ਦੇਖਣ ਲਈ। ਉਸ ਤੋਂ ਬਾਅਦ ਹੈਗਾ ਕਨਵੈਕਸ ਮਿਰਰ। ਕਨਵੈਕਸ ਮਿਰਰ ਨੂੰ ਡਾਇਵਰਜਿੰਗ ਮਿਰਰ ਵੀ ਕਹਿੰਦੇ ਹਾਂ ਅਸੀਂ, ਡਾਇਵਰਜ ਕਰਦਾ ਹੈਗਾ ਰੇਜ਼ ਨੂੰ। ਯੂ ਕੈਨ ਸੀ ਈਜ਼ਲੀ ਕਿ ਪੈਰਲਲ ਰੇ ਡਾਇਵਰਜ ਹੋ ਰਹੀ ਹੈ, ਇਟ ਦੇ ਸੀਮਸ ਟੂ ਬੀ ਕਮ ਫਰੋਮ ਦੀ ਫੋਕਸ ਐਫ। ਤਾਂ ਇਹਦੇ ਲਈ ਐਫ ਦੀ ਵੈਲਿਊ ਕਿਆ ਹੈ, ਪੋਜ਼ੀਟਿਵ ਹੈਗੀ ਹੈ। ਵਰਚੁਅਲ ਇਮੇਜ ਬਣੇਗਾ ਸਮਾਲ ਅਤੇ ਇਰੈਕਟ। ਹੁਣ ਕਨਵੈਕਸ ਮਿਰਰ ਦੇ ਸਾਹਮਣੇ ਕਿਸੇ ਵੀ ਪੋਜੀਸ਼ਨ 'ਤੇ ਰੱਖੀਏ, ਆਹ ਦੇਖੋ ਇਹਨੇ ਲਾਈਟ ਨੂੰ ਡਾਇਵਰਜ ਕਰਤਾ ਤਾਂ ਐਫ ਤੋਂ ਨਿਕਲਦੀ ਨਜ਼ਰ ਆ ਰਹੀ ਹੈ। ਇੱਕ ਰੇ ਤੁਸੀਂ ਸੀ 'ਚੋਂ ਪਾਸ ਕੀਤੀ ਤਾਂ ਉਹ ਵਾਪਸ ਆ ਗਈ। ਇਮੇਜ ਕਿੱਥੇ ਬਣ ਰਿਹਾ, ਸਮਾਲ, ਵਰਚੁਅਲ, ਇੱਦਾਂ ਬਸ ਪ੍ਰੋਪਰਟੀਜ਼ ਹੀ ਲਿਖਣੀਆਂ ਹੁੰਦੀਆਂ, ਔਰ ਇਰੈਕਟ ਤੁਹਾਡਾ ਇਮੇਜ ਬਣ ਰਿਹਾ ਹੈਗਾ। ਸੇਮ ਰੇ ਡਾਇਗਰਾਮਸ ਲੈਂਸ ਲਈ ਹੈਗੀ ਹੈ, ਥੋੜ੍ਹਾ ਜਿਹਾ ਜਲਦੀ ਐਕਸਪਲੇਨ ਕਰਦੀ ਹੈ। ਸੋ ਮੈਨੀ ਟਾਈਮ ਯੂ ਹੈਵ ਸੀਨ ਦਿਸ ਡਾਇਗਰਾਮ ਫਰੋਮ ਦੀ ਵੇਰੀਅਸ ਸੋਰਸਿਸ। ਕਨਵੈਕਸ ਲੈਂਸ ਹੈ, ਠੀਕ ਹੈ, ਇਹਦੀ ਐਫ ਕਿਆ ਹੈ, ਪੋਜ਼ੀਟਿਵ ਹੈ। ਪੈਰਲਲ ਰੇਜ਼ ਕਿਆ ਹੋ ਰਹੀਆਂ, ਸਾਰੀਆਂ ਇੱਥੇ ਕਨਵਰਜ ਹੋ ਰਹੀਆਂ, ਇਸ ਕਰਕੇ ਇਹਨੂੰ ਕਨਵਰਜਿੰਗ ਲੈਂਸ ਕਹਿੰਦੇ ਆ, ਠੀਕ ਹੈ, ਸਮਾਲ ਸਾਈਜ਼ ਦਾ। ਫਿਰ ਆਬਜੈਕਟ ਬਿਯੋਂਡ ਸੀ ਪਈ ਹੈ, ਤਾਂ ਇਮੇਜ ਕੀ ਹੈ, ਜਿਵੇਂ ਜਿਵੇਂ ਹੁਣ ਇੱਥੇ ਆ ਜੂਗੀ ਫਿਰ ਇਹ ਸੇਮ ਸਾਈਜ਼ ਦਾ, ਔਰ ਆਬਜੈਕਟ ਨੂੰ ਅੱਗੇ ਕਰ ਲਓ, ਇਮੇਜ ਇੱਧਰ ਚਲਾ ਜਾਏਗਾ। ਐਫ 'ਤੇ ਹੈ, ਠੀਕ ਹੈ, ਯੂ ਕੈਨ ਸੀ ਡਾਇਗਰਾਮਸ ਈਜ਼ਲੀ। ਸੀ 'ਤੇ ਪਈ ਹੈਗੀ ਆ ਤਾਂ ਸੇਮ ਸਾਈਜ਼ ਦਾ ਇਮੇਜ ਬਣਦਾ, ਰੀਅਲ ਇਨਵਰਟਡ ਬਣਦਾ। ਸੀ ਅਤੇ ਐਫ ਦੇ ਵਿਚਕਾਰ ਹੈਗੀ ਹੈ, ਤਾਂ ਆਹ ਦੇਖੋ ਲਾਰਜ। ਜਿਵੇਂ ਜਿਵੇਂ ਤੁਸੀਂ ਇੱਧਰ ਯੂ ਦੀ ਵੈਲਿਊ ਘਟਾਈ ਜਾ ਰਹੇ ਹੋ, ਵੀ ਦੀ ਵੈਲਿਊ ਕੀ ਹੈ, ਵੱਧ ਰਹੀ ਹੈਗੀ ਹੈ। ਤਾਂ ਹੀ ਕਰਕੇ ਗ੍ਰਾਫ ਵੀ ਅਤੇ ਯੂ ਦਾ ਇੱਦਾਂ ਸੀਗਾ। ਮਲਟੀਪਲਸ 'ਤੇ ਅਸੀਂ ਇੱਕ ਕੁਐਸਚਨ ਕੀਤੇ ਸੀ ਉਹਨਾਂ 'ਚ। ਐਫ 'ਤੇ ਆ ਤਾਂ ਇਨਫਿਨਿਟੀ 'ਤੇ ਬਣ ਰਿਹਾ, ਪੈਰਲਲ ਹੋ ਰਹੀਆਂ ਹੈਗੀਆਂ। ਔਰ ਬਿਟਵੀਨ ਓਪਟੀਕਲ ਸੈਂਟਰ ਐਂਡ ਐਫ 'ਚ ਲੈ ਕੇ ਆਉਂਦੇ ਆ, ਤਾਂ ਦੇਖੋ ਸਾਡੀ ਜੋ ਰੇ ਹੈ ਓਪਟੀਕਲ ਸੈਂਟਰ 'ਚੋਂ ਵੀ ਪਾਸ ਹੋ ਗਈ। ਇੱਕ ਇਹ ਇੱਥੇ ਨਾ ਡਾਟਡ ਦਿਖਾਉਣੀ ਚਾਹੀਦੀ ਸੀ ਇਹ ਲਾਈਨ, ਠੀਕ ਹੈ। ਵਰਚੁਅਲ ਇਮੇਜ ਬਣ ਰਿਹਾ, ਲਾਰਜ ਬਣ ਰਿਹਾ, ਔਰ ਸੇਮ ਸਾਈਡ 'ਤੇ ਬਣ ਰਿਹਾ ਹੈਗਾ, ਵਰਚੁਅਲ ਇਮੇਜ ਬਣ ਰਿਹਾ। ਇੱਥੇ ਥੋੜ੍ਹੀ ਜਿਹੀ ਉਹ ਇਹ ਵਾਲੀ ਲਾਈਨ ਨੂੰ ਤੁਸੀਂ ਕੀ ਆ ਡਾਟਡ ਦਿਖਾਉਣਾ, ਕਿਉਂਕਿ ਅਸੀਂ ਪਿੱਛੇ ਵਧਾ ਕੇ ਇਟ ਸੀਮਸ ਟੂ ਬੀ ਕਮ ਫਰੋਮ, ਠੀਕ ਹੈ। ਤਾਂ ਇਹ ਸਿੰਪਲ ਮਾਈਕਰੋਸਕੋਪ ਦੇ ਲਈ ਜਾਂ ਸਿੰਪਲ ਕਨਵੈਕਸ ਲੈਂਸ ਨਾਲ ਤੁਸੀਂ ਮਾਈਕਰੋਸਕੋਪਿਕ ਔਰਗਨਿਜ਼ਮਸ ਜਾਂ ਲੈਟਰਸ ਨੂੰ, ਠੀਕ ਹੈ, ਵਰਡਸ ਲੈਟਰਸ ਨੂੰ ਵੱਡਾ ਕਰਕੇ ਦੇਖ ਸਕਦੇ ਹੈਗੇ ਹੋ। ਫਿਰ ਆ ਗਿਆ ਕਨਕੇਵ ਲੈਂਸ। ਇਹ ਕੀ ਕਰ ਰਿਹਾ, ਡਾਇਵਰਸ ਕਰ ਰਿਹਾ। ਆ ਪੈਰਲਲ ਰੇਜ਼ ਆ ਰਹੀਆਂ ਹੈਗੀਆਂ
ਤੇ ਇਹਨਾਂ ਨੂੰ ਡਿਵਰਸ ਦੇ ਸੀਮਸ ਟੂ ਵੀ ਕਮ ਫਰੋਮ ਐਫ ਨੈਗੇਟਿਵ ਹੋਏਗੀ ਕਨਕੇਵ ਲੈਂਸ ਲਈ। ਠੀਕ ਹੈ, ਇਹਦੇ ਲਈ ਕਿਸੇ ਵੀ ਪੋਜੀਸ਼ਨ 'ਤੇ ਕਰੀਏ ਇੱਕ ਰੇ ਸੀ ਚੋਂ ਪਾਸ ਕਰਨੀ ਹੈ, ਪੈਰਲਲ ਰੇ ਡਾਇਵਰਜ ਹੋ ਰਹੀ ਆ, ਪੈਰਲਲ ਰੇ ਕਿਆ ਹੋ ਰਹੀ ਹੈ, ਡਾਇਵਰਜ ਹੋ ਰਹੀ ਹੈ। ਐਵੇਂ ਲੱਗਦਾ ਫੋਕਸ ਐਫ ਚੋਂ, ਤਾਂ ਇੱਥੇ ਕੀ ਬਣ ਰਿਹਾ, ਪ੍ਰਤੀਬਿੰਬ ਬਣ ਰਿਹਾ ਹੈਗਾ ਤੁਹਾਡਾ, ਜੋ ਵੀ ਵਰਚੁਅਲ ਹਰ ਪੋਜੀਸ਼ਨ ਲਈ ਸੇਮ ਬਣੇਗਾ। ਕਨਕੇਵ ਲੈਂਸ ਔਰ ਕਨਵੈਕਸ ਮਿਰਰ, ਠੀਕ ਹੈ, ਸਿਮਿਲਰਲੀ ਬਿਹੇਵ ਕਰ ਰਹੇ ਆ। ਕਨਕੇਵ ਔਰ ਇੱਦਾਂ ਕਨਕੇਵ ਲੈਂਸ ਅਤੇ ਕਨਕੇਵ ਮਿਰਰ, ਇਹਨਾਂ ਦੀ ਫੋਕਸ ਲੈਂਥ ਨੈਗੇਟਿਵ ਹੁੰਦੀ ਹੈ। ਠੀਕ ਹੈ, ਨਾ ਤੁਸੀਂ ਥੋੜ੍ਹਾ ਜਿਹਾ ਯਾਦ ਕਰ ਸਕਦੇ ਹੋ। ਦੈਨ ਨੈਕਸਟ ਚੈਪਟਰ ਹੈਗਾ ਹਿਊਮਨ ਆਈ। ਠੀਕ ਹੈ, ਇੱਕ ਦੋ ਨੂਮੈਰੀਕਲ ਛੱਡਿਆ, ਤਾਂ ਦਿਸ ਵਾਜ਼ ਦੀ ਪਾਰਟ 2 ਆਫ ਲੈਸਨ ਲਾਈਟ। ਬੇਟਾ ਜ਼ੂਮ ਮੀਟਿੰਗ ਦੇ ਨਾਲੋਂ ਇਹ 'ਤੇ ਪੜ੍ਹਾਉਣਾ ਕਿਉਂਕਿ ਵਧੀਆ ਲਿਖਿਆ ਜਾਂਦਾ, ਤਾਂ ਮੈਨੂੰ ਤਾਂ ਇਹ ਜ਼ਿਆਦਾ ਵਧੀਆ ਲੱਗਦਾ ਹੈਗਾ ਕਰਾਉਣਾ।